ਤੇ ਅੱਜ ਫਿਰ ਅਸੀਂ ਆਪਣੇ ਵਿਸ਼ਵਾਸ ਨੂੰ ਪਰਖੀਏ ਔਰ ਜਾਂਚੀਏ ਆਪਣੇ ਆਪ ਨੂੰ ਕਿ ਮਸੀਹ ਸਾਡੇ ਅੰਦਰ ਹੈ ਜਾਂ ਨਹੀਂ। ਪਿਛਲੇ ਭਾਗ ਦੇ ਵਿੱਚ ਵੀ, ਪਿਛਲੇ ਸੁਨੇਹੇ ਦੇ ਵਿੱਚ ਵੀ ਅਸੀਂ ਇਸੇ ਹੀ ਵਿਸ਼ੇ ਉੱਤੇ ਗੱਲ ਕੀਤੀ ਸੀਗੀ ਅਤੇ ਅੱਜ ਉਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਕੁਝ ਹੋਰ ਗੱਲਾਂ ਸਾਂਝੀਆਂ ਕਰੀਏ ਤਾਂ ਜੋ ਅਸੀਂ ਆਪਣੇ ਆਪ ਨੂੰ ਪਰਖੀਏ, ਜਾਂਚੀਏ, ਆਪਣੇ ਅੰਦਰ ਲੱਭੀਏ ਕਿ ਸਾਡਾ ਵਿਸ਼ਵਾਸ ਕਿੱਥੇ ਕੁ ਟਿਕਿਆ ਹੋਇਆ ਹੈ। ਕਿਉਂਕਿ ਵਿਸ਼ਵਾਸ ਤੋਂ ਬਿਨਾਂ ਕੋਈ ਧਰਮੀ ਬਣ ਨਹੀਂ ਸਕਦਾ। ਪੌਲਸ ਇਸ ਗੱਲ ਤੇ ਮੋਹਰ ਲਾਉਂਦਾ ਹੈ ਕਿ ਬਿਨਾਂ ਵਿਸ਼ਵਾਸ ਤੋਂ ਕੋਈ ਵੀ ਕੰਮ ਅਧੂਰਾ ਹੈ। ਕਿਉਂਕਿ ਜਦੋਂ ਵਿਸ਼ਵਾਸ ਦੀ ਪਰਖ ਦੀ ਗੱਲ ਆਉਂਦੀ ਹੈ ਤੇ ਜਿਹੜੀ ਵਿਸ਼ਵਾਸ ਦੀ ਪਰਖ ਹੈ ਕੋਈ ਦੂਜਾ ਇਨਸਾਨ ਨਹੀਂ ਕਰ ਸਕਦਾ। ਤੁਹਾਡੇ ਅੰਦਰ ਕਿੰਨਾ ਵਿਸ਼ਵਾਸ ਹੈ, ਤੁਹਾਡੇ ਅੰਦਰ ਕਿੰਨਾ ਵਿਸ਼ਵਾਸ ਹੈ, ਸਾਰਿਆਂ ਅੰਦਰ ਕਿੰਨਾ ਵਿਸ਼ਵਾਸ ਹੈ, ਉਹਦੀ ਪਰਖ ਦੂਸਰਾ ਵਿਅਕਤੀ ਨਹੀਂ ਕਰ ਸਕਦਾ। ਤੁਹਾਡੇ ਸਰੀਰਕ ਤੌਰ ਉੱਤੇ ਜਾਂ ਸਮਾਜਿਕ ਤੌਰ ਤੇ ਤੁਹਾਡੇ ਮਸੀਹੀ ਚਾਲ ਚੱਲਣ ਅਗਰ ਠੀਕ ਨਹੀਂ ਹੈ, ਤੁਹਾਡਾ ਸੁਭਾਅ ਠੀਕ ਨਹੀਂ ਹੈ, ਤੁਹਾਡਾ ਬੈਠਣਾ ਉੱਠਣਾ ਠੀਕ ਨਹੀਂ ਹੈ, ਤੁਹਾਡਾ ਗੱਲ ਕਰਨਾ ਠੀਕ ਨਹੀਂ ਹੈ, ਤੁਹਾਨੂੰ ਵਚਨ ਦੀ ਸਮਝ ਅਗਰ ਠੀਕ ਨਹੀਂ ਹੈ ਤਾਂ ਉਹ ਤਾਂ ਦੂਜਾ ਵਿਅਕਤੀ ਉਹਨੂੰ ਵੇਖ ਕੇ ਦੱਸ ਸਕਦਾ, ਜਾਂਚ ਸਕਦਾ, ਉਹਨੂੰ ਕਹਿ ਸਕਦਾ ਭਾਈ ਆਹ ਚੀਜ਼ਾਂ ਗਲਤ ਨੇ, ਆਹ ਚੀਜ਼ਾਂ ਠੀਕ ਨਹੀਂ ਹੈ। ਇਹ ਕਲੀਸਿਆ ਦੀ ਰੀਤੀ ਦੇ ਅਨੁਸਾਰ ਨਹੀਂ ਹੈ। ਪਰ ਜਿਹੜੇ ਤੁਹਾਡੇ ਅੰਦਰਲੀਆਂ ਆਪਣੀਆਂ ਸੋਚਾਂ ਨੇ, ਤੁਹਾਡੇ ਆਪਣੇ ਅੰਦਰਲੇ ਆਪਣੇ ਵਿਚਾਰ ਨੇ, ਉਹ ਜਿਹੜੇ ਅੰਦਰਲਾ ਵਿਸ਼ਵਾਸ ਤੁਹਾਡਾ ਅੰਦਰ ਭਰਿਆ ਹੋਇਆ, ਉਹਦੀ ਜਾਂਚ ਜਾਂ ਤਾਂ ਉਹ ਆਤਮਾ ਹੀ ਕਰ ਸਕਦਾ, ਪਰਮਾਤਮਾ ਹੀ ਕਰ ਸਕਦਾ, ਜਾਂ ਤੁਸੀਂ ਆਪ ਕਰ ਸਕਦੇ ਹੋ। ਕਿਸੇ ਦੇ ਮਨਾਂ ਦੇ ਭੇਤ ਨੂੰ ਅਸੀਂ ਨਹੀਂ ਜਾਣ ਸਕਦੇ ਸਿਵਾਏ ਪਵਿੱਤਰ ਆਤਮਾ, ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਤੋਂ ਇਲਾਵਾ ਕੋਈ ਨਹੀਂ ਜਾਂਚ ਸਕਦਾ। ਤੋ ਇਸ ਲਈ ਅਗਰ ਇਹ ਬਾਈਬਲ 'ਚ ਇਹ ਗੱਲ ਲਿਖੀ ਹੋਈ ਹੈ 2 ਕੁਰਿੰਥੀਆਂ ਅਧਿਆਇ 13 ਦੀ 5 ਆਇਤ ਵਿੱਚ ਕਿ ਆਪਣੇ ਵਿਸ਼ਵਾਸ ਨੂੰ ਪਰਖੋ, ਤੇ ਇਹਦੇ ਪਿੱਛੇ ਇੱਕ ਬਹੁਤ ਵੱਡੀ ਵਜ੍ਹਾ ਹੈ। ਕਿਤੇ ਇਹ ਨਾ ਹੋਵੇ ਕਿ ਜਿਹੜੀ ਦੌੜ ਪੌਲਸ ਕਹਿੰਦਾ ਮੈਂ ਦੌੜ ਲਈ ਹੈ, ਮੇਰੀ ਦੌੜ ਪੂਰੀ ਹੋ ਚੁੱਕੀ ਹੈ ਤੇ ਤੁਸੀਂ ਵੀ ਦੌੜੋ ਤੇ ਇਨਾਮ ਪਾਓ। ਕਿਤੇ ਇਹ ਨਾ ਹੋਵੇ ਕਿ ਸਾਡਾ ਅਗਰ ਵਿਸ਼ਵਾਸ ਸੱਜੇ ਖੱਬੇ ਹੈ ਤਾਂ ਅਸੀਂ ਇਸ ਦੌੜ ਤੋਂ ਪਿੱਛੇ ਰਹਿ ਜਾਈਏ ਤੇ ਉਹ ਇਨਾਮ ਸਾਨੂੰ ਨਾ ਮਿਲੇ ਔਰ ਅਨੰਤ ਕਾਲ ਦੀ ਅਜਿਹੀ ਅੱਗ 'ਚ ਅਸੀਂ ਫਸੇ ਰਹੀਏ ਜਿੱਥੇ ਕੋਈ ਦੁਬਾਰਾ ਮੌਕਾ ਨਹੀਂ ਮਿਲਣਾ। ਕਿਉਂਕਿ ਵਿਸ਼ਵਾਸ ਤੋਂ ਬਿਨਾਂ ਹਰ ਇੱਕ ਗੱਲ ਜੋ ਹੈ ਉਹ ਅਨਹੋਣੀ ਹੈ। ਵਿਸ਼ਵਾਸ ਦੁਆਰਾ ਹੀ ਤੁਸੀਂ ਯਿਸੂ ਮਸੀਹ ਦੇ ਵਿੱਚ ਆਏ ਹੈ, ਵਿਸ਼ਵਾਸ ਦੁਆਰਾ ਹੀ ਤੁਸੀਂ ਆਪਣੀਆਂ ਬਿਮਾਰੀਆਂ ਤੋਂ ਜੋ ਸ਼ੈਤਾਨੀ ਜੋ ਤੁਹਾਡੇ ਉੱਤੇ ਪ੍ਰੋਬਲਮਾਂ ਸੀਗੀਆਂ ਉਹਨਾਂ ਤੋਂ ਤੁਸੀਂ ਛੁਟਕਾਰਾ ਪਾਇਆ। ਵਿਸ਼ਵਾਸ ਦੇ ਦੁਆਰਾ ਹੀ ਤੁਸੀਂ ਧਰਮੀ ਬਣੇ ਹੋ, ਵਿਸ਼ਵਾਸ ਦੇ ਦੁਆਰਾ ਹੀ ਤੁਸੀਂ ਚੁਣੇ ਗਏ ਹੋ ਔਰ ਵਿਸ਼ਵਾਸ ਦੇ ਦੁਆਰਾ ਹੀ ਤੁਹਾਡਾ ਉद्धार ਹੋਣਾ। ਤੋ ਇਸ ਗੱਲ ਨੂੰ ਅੱਗੇ ਅਸੀਂ ਵਧਾਉਂਦੇ ਹੋਏ ਆਪਾਂ ਕੁਝ ਗੱਲਾਂ ਹੋਰ ਸਾਂਝੀਆਂ ਕਰਾਂਗੇ, ਜੋ ਗੱਲਾਂ ਪਰਮੇਸ਼ਵਰ ਨੇ ਆਪਣੀ ਮਹਾਨ ਦਇਆ ਔਰ ਅਨੁਗ੍ਰਹਿ ਦੇ ਨਾਲ, ਆਪਣੀ ਆਤਮਾ ਦੇ ਨਾਲ ਮੈਨੂੰ ਗੱਲਾਂ ਸਿਖਾਈਆਂ ਜੋ ਬਾਈਬਲ ਦੇ ਵਚਨ ਦੇ ਨਾਲ ਮੇਲ ਖਾਂਦੀਆਂ ਔਰ ਵਚਨ ਦੇ ਵਿੱਚੋਂ ਹੀ ਹੈ। ਕਿਉਂਕਿ ਕੁਝ ਲੋਕ ਕੁਛ ਮੇਰੇ ਆਪਣੇ ਮਸੀਹੀ ਭੈਣ ਭਰਾ ਹੈ, ਉਹ ਕਹਿੰਦੇ ਕਿ ਤੁਸੀਂ ਆਪਣੇ ਹੀ ਵਿਚਾਰ ਪੇਸ਼ ਕਰਦੇ ਹੋ, ਆਪਣੀ ਗੱਲਾਂ ਹੀ ਕਰਦੇ ਹੋ, ਤੁਸੀਂ ਆਪਣੇ ਹੀ ਤਰੀਕੇ ਵਰਤਦੇ ਹੋ। ਮੇਰਾ ਆਪਣਾ ਕੋਈ ਤਰੀਕਾ ਨਹੀਂ ਹੈ, ਸਾਰੀ ਗੱਲਾਂ ਤਾਂ ਪਰਮੇਸ਼ਵਰ ਵੱਲੋਂ ਹੀ ਹੈ। ਤੋ ਸਾਡਾ ਜਿਹੜਾ ਵਿਸ਼ਵਾਸ ਹੈ, ਮੈਂ ਇਹ ਗੱਲ ਕਹਿਣੀ ਚਾਹਾਂਗਾ ਇੱਥੇ, ਫਿਰ ਤੁਸੀਂ ਕਹਿਣਾ ਕਿ ਮੈਂ ਆਪਣੇ ਕੋਲ ਹੀ ਗੱਲਾਂ ਬਣਾਉਂਦਾ ਜਾਂ ਆਪਣੇ ਕੋਲ ਹੀ ਗੱਲਾਂ ਸਿਖਾਉਂਦਾ, ਪਰ ਨਹੀਂ, ਸਮਝਾਉਣ ਦੇ ਲਈ ਕਈ ਹਵਾਲੇ ਦੇਣੇ ਪੈਂਦੇ ਆ। ਮੈਂ ਬਾਈਬਲ ਨੂੰ ਇੱਕ ਖਜ਼ਾਨੇ ਦੀ ਤਰ੍ਹਾਂ ਮੰਨਦਾ। ਸਮਝਦੇ ਹੋ ਖਜ਼ਾਨਾ ਕੀ ਹੁੰਦਾ? ਕਿਉਂਕਿ ਅੱਜ ਤੋਂ ਬਹੁਤ ਸਾਲ ਪਹਿਲਾਂ ਮੈਂ ਮੂਵੀਜ਼ ਦੇਖਿਆ ਸੀ 2, ਜਿਹਦਾ ਨਾਮ ਸੀ ਨੈਸ਼ਨਲ ਟ੍ਰੇਸ਼ਰ। ਮੇਰੇ ਖਿਆਲ US ਦੀ ਫਿਲਮ ਹੈਗੀਆਂ, ਬਹੁਤ ਵਧੀਆ ਨੇ ਔਰ ਮੈਂ ਕਾਫੀ ਵਾਰ ਵੇਖੀਆਂ ਨੇ। ਮੈਨੂੰ ਬਹੁਤ ਆਨੰਦ ਆਉਂਦਾ ਸੀ ਵੇਖਣ ਦੇ ਵਿੱਚ ਕਿ ਕਿਵੇਂ, ਔਰ ਇਕੱਲੀਆਂ ਉਹ 2 ਫਿਲਮਾਂ ਦੀ ਗੱਲ ਨਾ ਕਰੀਏ, ਅਸੀਂ ਆਮ ਸਾਰਿਆਂ ਨੇ ਆਪਣੇ ਜੀਵਨ ਦੇ ਵਿੱਚ ਟੀਵੀ ਦੇ ਵਿੱਚ ਜਾਂ ਨਾਟਕਾਂ ਦੇ ਵਿੱਚ ਆਪਾਂ ਵੇਖਿਆ ਹੋਣਾ ਕਿ ਜਦੋਂ ਖਜ਼ਾਨੇ ਦੀ ਤਲਾਸ਼ ਕਰਦੇ ਨੇ ਲੋਕ, ਜਦੋਂ ਤੇ ਉਹਨਾਂ ਕੋਲ ਨਕਸ਼ੇ ਹੁੰਦੇ ਨੇ ਜਿਹਨੂੰ ਸਮਝਣਾ ਆਸਾਨ ਨਹੀਂ ਹੁੰਦਾ। ਕੋਈ ਹੁੰਦੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਦਿਮਾਗ ਦਿੱਤਾ ਹੁੰਦਾ ਔਰ ਉਸ ਚੀਜ਼ ਨੂੰ ਸਮਝਦੇ ਨੇ ਤਾਂ ਉੱਥੇ ਪਹੁੰਚਦੇ ਨੇ। ਬੜੀਆਂ ਚੀਜ਼ਾਂ ਆਪਾਂ ਆਪਣੇ ਜੀਵਨ 'ਚ ਵੇਖੀਆਂ ਹੋਣੀਆਂ। ਉਸੇ ਤਰੀਕੇ ਨਾਲ ਬਾਈਬਲ ਨੂੰ ਵੀ ਮੈਂ ਉਸੇ ਤਰ੍ਹਾਂ ਹੀ ਮੰਨਦਾ ਹਾਂ ਕਿ ਖਜ਼ਾਨੇ ਦੀ ਤਰ੍ਹਾਂ ਹੈ ਔਰ ਉਸ ਬਾਈਬਲ ਦੇ ਇਸ ਖਜ਼ਾਨੇ ਵਿੱਚੋਂ ਅਸੀਂ ਰਾਹ ਲੱਭਣਾ ਕਿ ਕਿਹੜਾ ਰਾਹ ਉਸ ਖਜ਼ਾਨੇ ਤੱਕ, ਯਾਨੀ ਕਿ ਉਸ
ਮੰਜ਼ਿਲ ਤੱਕ ਜਾਂਦਾ ਜਿੱਥੇ ਆਪਾਂ ਜਾਣਾ। ਤੇ ਤੁਹਾਨੂੰ ਸ਼ਾਇਦ ਗੱਲ ਚੰਗੀ ਨਾ ਲੱਗੇ, ਬਾਈਬਲ ਨੂੰ ਮੈਂ ਇੱਕ ਭੂਲ ਭੁਲਈਆਂ ਦੀ ਤਰ੍ਹਾਂ ਸਮਝਦਾ ਮੈਂ, ਕਿਉਂਕਿ ਜਿਹੜਾ ਖਜ਼ਾਨੇ ਦਾ ਜਿਹੜਾ ਨਕਸ਼ਾ ਹੁੰਦਾ ਉਹ ਇੱਕ ਭੁੱਲ ਭੁਲਈਆਂ ਦੀ ਤਰ੍ਹਾਂ ਹੁੰਦਾ, ਲੱਭਣਾ ਪੈਂਦਾ। ਤੇ ਜਿਹੜੇ ਭੂਲ ਭੁਲਈਆਂ ਹੁੰਦੀਆਂ ਉਹ ਬਹੁਤ ਸਾਰੇ ਰਸਤਿਆਂ ਦਾ ਜਾਲ ਹੁੰਦਾ, ਬਹੁਤ ਸਾਰੇ ਰਸਤਿਆਂ ਦਾ ਜਾਲ ਹੁੰਦਾ, ਉਹਦੇ ਵਿੱਚੋਂ ਅਸੀਂ ਕੋਈ ਇੱਕ ਰਸਤਾ ਲੱਭਣਾ ਹੁੰਦਾ ਜੋ ਸਾਡੀ ਮੰਜ਼ਿਲ ਤੱਕ ਜਾਂਦਾ। ਬਾਈਬਲ ਵੀ ਉਸੇ ਤਰ੍ਹਾਂ ਹੀ ਹੈ। ਉਸ ਛੁਪੇ ਹੋਏ ਖਜ਼ਾਨੇ ਦੇ ਤੱਕ ਪਹੁੰਚਣ ਦੇ ਲਈ ਬਹੁਤ ਸਾਰੇ ਰਾਹਾਂ ਦੇ ਵਿੱਚੋਂ ਕੋਈ ਇੱਕ ਰਾਹ ਲੱਭਣਾ ਹੁੰਦਾ, ਔਰ ਪਰਮੇਸ਼ਰ ਉਸ ਰਾਹ ਨੂੰ ਲੱਭਣ ਦੇ ਲਈ ਤੁਹਾਨੂੰ ਸਮਝ, ਅਕਲ ਦਾ, ਬੁੱਧ ਦਾ ਆਤਮਾ ਦਿੰਦਾ। ਹੁਣ ਤੁਸੀਂ ਕਹਿਣਾ ਵੀ ਇਹ ਕਿਹੜੀਆਂ ਗੱਲਾਂ ਕਰਨ ਲੱਗ ਪਿਆ ਹੈ, ਪਰ ਮੈਂ ਤੁਹਾਨੂੰ ਇਹ ਬਾਈਬਲ ਦੇ ਵਚਨ ਦੇ ਵਿੱਚੋਂ ਹੀ ਗੱਲਾਂ ਨੂੰ ਮੈਂ ਤੁਹਾਡੇ ਅੱਗੇ ਰੱਖਾਂਗਾ। ਮੈਂ ਜਿਹੜੀ ਪਹਿਲੀ ਐਗਜ਼ਾਮਪਲ ਤੁਹਾਨੂੰ ਰੱਖਣਾ ਚਾਹਾਂਗਾ ਮੈਂ, ਉਹ ਅਸੀਂ ਜਦੋਂ ਪੜ੍ਹਦੇ ਹਾਂ ਮਤੀ ਦੀ ਅੰਜੀਲ ਔਰ ਲੂਕਾ ਦੀ ਅੰਜੀਲ ਦੇ ਵਿੱਚ, ਗੱਲਾਂ ਸੇਮ ਨੇ। ਗੱਲ ਕੀ ਹੁੰਦੀ ਹੈ ਕਿ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ। ਜਦੋਂ ਅਸੀਂ ਗੱਲ ਪੜ੍ਹਦੇ ਨਾ ਬਾਈਬਲ ਦੇ ਵਿੱਚ ਕਿ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ, ਮੰਗੋ, ਮੰਗਣ ਦੀ ਗੱਲ ਬਹੁਤ ਹੋਈ ਹੈ, ਵਿਸ਼ਵਾਸ ਨਾ ਮੰਗੋ। ਜਦੋਂ ਮੰਗਣ ਦੀ ਗੱਲ ਆਉਂਦੀ ਤੇ ਮੰਗਣਾ ਕੀ ਹੈ, ਸਾਡੀ ਸਮਝ ਤੋਂ ਬਾਹਰ ਹੋ ਜਾਂਦਾ। ਪਰ ਜਿਹਨੂੰ ਜੋ ਜੋ ਲੋੜ ਹੁੰਦੀ ਹੈ ਆਪਣੇ ਦੈਨਿਕ ਜੀਵਨ ਦੇ ਵਿੱਚ, ਉਹ ਮੰਗਦਾ। ਉਹਨੂੰ ਨਹੀਂ ਪਤਾ ਹੁੰਦਾ ਕਿ ਉਹਨੇ ਮੰਗਣਾ ਕੀ ਹੈ। ਜਦੋਂ ਅਸੀਂ ਬਾਈਬਲ ਦੇ ਵਿੱਚ ਜਾਂਦੇ ਹਾਂ ਤਾਂ ਮਤੀ 7 ਅਧਿਆਇ ਦੀ ਅਗਰ ਆਪਾਂ ਗੱਲ ਕਰੀਏ, ਮਤੀ 7 ਦੀ 7 ਤੋਂ ਲੈ ਕੇ 11 ਤੱਕ ਅਗਰ ਆਪਾਂ ਪੜ੍ਹਦੇ ਹਾਂ ਤਾਂ ਉੱਥੇ ਜੋ ਐਗਜ਼ਾਮਪਲ ਦਿੱਤੀ ਹੋਈ ਹੈ, ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ, ਕਿ ਅਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਜੇ ਰੋਟੀ ਮੰਗੇ ਤਾਂ ਪੱਥਰ ਨਹੀਂ ਦਿੰਦੇ, ਤੇ ਜੇ ਮਛਲੀ ਮੰਗੇ ਤਾਂ ਆਪਾਂ ਸੱਪ ਨਹੀਂ ਦਿੰਦੇ। ਐਗਜ਼ਾਮਪਲ ਦਿੱਤੀ ਹੋਈ ਹੈ ਮਤੀ ਔਰ ਲੂਕਾ ਵਿੱਚ, ਦੋਵਾਂ 'ਚ, ਮਤੀ 7 ਦੇ ਵਿੱਚ ਅਤੇ ਲੂਕਾ 11 ਅਧਿਆਇ ਦੇ ਵਿੱਚ। ਲੂਕਾ 11 9 ਤੋਂ ਲੈ ਕੇ 13 ਤੱਕ ਅਸੀਂ ਪੜ੍ਹ ਲਈਏ। ਪਰ ਜੋ ਖਾਸ ਗੱਲ ਤੁਹਾਨੂੰ ਮੈਂ ਦੱਸਣ ਲੱਗਾ ਹੋਇਆ ਮੈਂ, ਕਿ ਰੋਟੀ ਮੰਗੇ ਪੱਥਰ ਨਹੀਂ ਤੇ ਮਛਲੀ ਮੰਗੇ ਤਾਂ ਸੱਪ ਨਹੀਂ, ਅਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਨਹੀਂ ਦਿੰਦੇ। ਤੇ ਸਾਡਾ ਸਵਰਗੀ ਪਿਤਾ ਮੰਗਣ ਵਾਲਿਆਂ ਨੂੰ ਚੰਗੀਆਂ ਵਸਤੂਆਂ ਕਿਉਂ ਨਾ ਦੇਗਾ। ਮਤੀ 'ਚ ਲਿਖਿਆ ਹੋਇਆ, ਲੂਕਾ 'ਚ ਲਿਖਿਆ ਹੋਇਆ ਕਿ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਾ ਦੇਗਾ। ਦੋ ਗੱਲਾਂ ਆ ਗਈਆਂ। ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਵੀ ਮੰਗਣਾ ਕੀ ਹੈ, ਚੰਗੀਆਂ ਵਸਤੂਆਂ ਜਾਂ ਪਵਿੱਤਰ ਆਤਮਾ। ਤਾਂ ਮੇਰੇ ਨਾਲ ਘਟਨਾ ਵਾਪਰੀ ਹੈ ਤੇ ਘਟਨਾ ਦਾ ਵਰਣਨ ਕਰਨਾ ਮੇਰੇ ਲਈ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬਾਈਬਲ, ਨਹੀਂ ਤਾਂ ਵਚਨ ਸਮਝ ਨਹੀਂ ਲੱਗਣਾ। ਮੈਂ ਕਹਿਣਾ ਕੀ ਚਾਹੁੰਦਾ ਮੈਂ, ਕਿ ਇੱਕ ਮਸੀਹ ਦੇ ਵਿੱਚ ਮੈਨੂੰ ਆਨਲਾਈਨ ਮੇਰਾ ਇੱਕ ਬ੍ਰਦਰ ਮੈਨੂੰ ਟੱਕਰਿਆ, ਮਸੀਹ ਭਰਾ, ਇਵੈਂਜਲਿਸਟ ਹੈ। ਤੋ ਇੱਕ ਵਾਰ ਉਹਨਾਂ ਨੇ ਆਪਣਾ ਵਟਸਐਪ 'ਤੇ ਕੁਛ ਅਪਡੇਟ ਕੀਤਾ, ਉਹਨਾਂ ਨੇ ਸਟੇਟਸ ਅਪਡੇਟ ਕੀਤਾ, ਅਤੇ ਉਹਨਾਂ ਨੂੰ ਪਰਮੇਸ਼ਰ ਨੇ ਕੁਝ ਸੰਸਾਰਿਕ ਆਸ਼ੀਸ਼ ਦਿੱਤੀ। ਉਹ ਬਹੁਤ ਖੁਸ਼ ਸੀਗਾ। ਉਹ ਅੱਗੇ ਨੇ ਵਚਨ ਮੈਂਸ਼ਨ ਕੀਤਾ ਹੋਇਆ ਸੀਗਾ। ਮੈਂ ਜਦੋਂ ਉਸ ਵਚਨ ਨੂੰ ਬ੍ਰਦਰ ਨੂੰ ਰਿਪਲਾਈ ਕੀਤਾ ਅਤੇ ਮੈਂ ਉਹਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸੰਸਾਰਿਕ ਚੀਜ਼ਾਂ ਦੇ ਲਈ ਪਰਮੇਸ਼ਰ ਸਾਨੂੰ ਮੰਗਣ ਲਈ ਨਹੀਂ ਕਿਹਾ ਹੋਇਆ। ਮੈਨੂੰ ਲੂਕਾ ਦਾ ਵਚਨ ਉਹਨੂੰ ਭੇਜਿਆ ਕਿ ਪਰਮੇਸ਼ਰ ਸਾਨੂੰ ਪਵਿੱਤਰ ਆਤਮਾ ਮੰਗਣ ਨੂੰ ਕਿਹਾ ਹੋਇਆ। ਸਾਡੇ ਆਪਸ ਵਿੱਚ ਥੋੜ੍ਹਾ ਜਿਹਾ ਚਾਰਟਿੰਗ ਦੁਆਰਾ ਗੱਲਬਾਤ ਹੋਈ, ਵਾਦ ਵਿਵਾਦ ਹੋਇਆ ਥੋੜ੍ਹਾ ਜਿਹਾ। ਫਿਰ ਉਹਨਾਂ ਦਾ ਜੋ ਜਵਾਬ ਜੋ ਮੈਨੂੰ ਆਇਆ ਐਂਡ ਦੇ ਵਿੱਚ, ਜੋ ਮੈਂ ਗੱਲ ਕਰਨਾ ਚਾਹੁੰਦਾ, ਉਹ ਕਹਿੰਦੇ ਬ੍ਰਦਰ ਤੁਸੀਂ ਆਪਣੇ ਵਚਨ ਦੇ ਹਿਸਾਬ ਨਾਲ ਚੱਲੋ, ਮੈਂ ਆਪਣੇ ਵਚਨ ਦੇ ਹਿਸਾਬ ਨਾਲ ਚੱਲਣਾ। ਗੱਲ ਇੱਥੇ ਮੁੱਕ ਗਈ। ਅਤੇ ਮੇਰੇ ਲਈ ਵੀ ਇੱਕ ਬੜਾ ਕਿ ਸ਼ੌਕਿੰਗ ਸੀਗਾ ਇਹ, ਕਿ ਪ੍ਰਭੂ ਕੀ ਹੋ ਰਿਹਾ ਹੈ। ਜਦਕਿ ਤੇਰਾ ਵਚਨ ਸਾਨੂੰ ਬਾਰ-ਬਾਰ ਸਿਖਾਉਂਦਾ ਕਿ ਸੰਸਾਰ ਨਹੀਂ, ਸੰਸਾਰ ਦੀਆਂ ਗੱਲਾਂ ਨਹੀਂ, ਸੰਸਾਰ ਦੀਆਂ ਆਸ਼ੀਸ਼ਾਂ ਨਹੀਂ, ਸੰਸਾਰ ਦੀਆਂ ਅਭਿਲਾਸ਼ਾਂ ਨਹੀਂ ਚਾਹੀਦੀਆਂ। ਪਿਤਾ ਨੂੰ ਹੁਣ ਕੋਈ ਪ੍ਰੇਮ ਨਹੀਂ ਹੈ, ਔਰ ਪਿਤਾ ਨਾਲ ਵੈਰ ਹੈ ਜੇ ਆਪਾਂ ਸੰਸਾਰ ਦਾ ਮੰਗਦੇ ਹਾਂ ਤਾਂ। ਔਰ ਉਹ ਵਿਅਕਤੀ ਐਵੈਂਜਲਿਸਟ ਹੈ। ਔਰ ਮੈਂ ਉਹਦੀ ਵੀਡੀਓਜ਼ ਮੈਂ ਦੇਖੀਆਂ ਹੋਈਆਂ, ਕਾਫੀ ਰੌਲਾ ਗੋਲਾ ਪਾ ਕੇ ਡਾਂਟ ਕੇ ਰਿਸ਼ਤੇਦਾਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਪਿਆ। ਚਲੋ ਅਸੀਂ ਬੁਰਾ ਨਹੀਂ ਕਹਿਣਾ ਕਿਸੇ ਨੂੰ ਵੀ, ਮੈਂ ਮਾਫੀ ਚਾਹਾਂਗਾ ਕਿ ਤੁਹਾਨੂੰ ਕਿਸੇ ਗੱਲ ਦਾ ਬੁਰਾ ਲੱਗਦਾ, ਪਰ ਇਹ ਸਵਾਲ ਪੈਦਾ ਹੁੰਦਾ। ਜਦ ਤੱਕ ਸਵਾਲ ਪੈਦਾ ਨਾ ਹੋਵੇ ਤਾਂ ਪ੍ਰਚਾਰ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ, ਕਿਉਂਕਿ ਹਰ ਸਵਾਲ ਦਾ ਜਵਾਬ ਹੀ ਪ੍ਰਚਾਰ ਦਾ ਰੂਪ ਬਣਦਾ। ਜੇ ਤੁਹਾਡੇ ਸਵਾਲ ਹੀ ਨਹੀਂ ਤਾਂ ਮੈਂ ਪ੍ਰਚਾਰ ਕਾਹਦੇ ਉੱਤੇ ਕਰਾਂ। ਫਿਰ ਮੇਰਾ ਹਰ ਇੱਕ ਪ੍ਰਚਾਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਹੀ ਬਣਦਾ। ਤੋ ਦੋ ਗੱਲਾਂ ਆ ਗਈਆਂ। ਹੁਣ ਜੋ ਉੱਥੇ ਮਤੀ ਦੇ ਵਿੱਚ ਜੋ ਲਿਖਿਆ ਹੋਇਆ, ਮਤੀ 7 ਦੇ ਵਿੱਚ ਜੋ ਲਿਖਿਆ ਹੋਇਆ ਨਾ, ਕਿ ਮੰਗਣ ਵਾਲੇ ਨੂੰ ਚੰਗੀਆਂ ਵਸਤੂਆਂ ਕਿਉਂ ਨਾ ਦੇਗਾ, ਉਹ ਚੰਗੀਆਂ ਵਸਤੂਆਂ ਸਾਡੀ ਆਤਮਿਕ ਹੈ ਔਰ ਸਵਰਗੀ ਹੈ, ਸੰਸਾਰਿਕ ਨਹੀਂ ਹੈ।
ਪਰ ਨਾ ਉੱਥੇ ਆਤਮਿਕ ਲਿਖਿਆ ਹੋਇਆ, ਨਾ ਸਵਰਗੀ ਲਿਖਿਆ ਹੋਇਆ, ਨਾ ਉੱਥੇ ਪਵਿੱਤਰ ਆਤਮਾ ਲਿਖਿਆ ਹੋਇਆ। ਔਰ ਜਿਹਨੂੰ ਜੋ ਲੋੜ ਹੈ ਉਹਨੂੰ ਆਪਣੇ ਹਿਸਾਬ ਦੇ ਨਾਲ ਲੈ ਕੇ ਤੁਰ ਪੈਂਦਾ। ਉਹਦੇ ਲਈ ਉਹ ਸਾਰੇ ਰਸਤਿਆਂ ਵਿੱਚੋਂ ਉਹਦੇ ਲਈ ਉਹੀ ਰਾਹ ਵਧੀਆ ਹੁੰਦਾ, ਕਿਉਂਕਿ ਉਹਨੂੰ ਜੋ ਚਾਹੀਦਾ ਉਹ ਉਸੇ ਰਾਹ ਜਾਂਦਾ। ਕਿਉਂਕਿ ਜੋ ਉਹਦੀ ਇੱਛਾ ਅੰਦਰਲੀ ਹੈ, ਉਹਨੇ ਇੱਛਾ ਦੀ ਪੂਰਤੀ ਕਰਨ ਦੇ ਲਈ ਉਹੀ ਵਚਨ ਨੂੰ ਚੱਕਣਾ ਅਤੇ ਉਹ 'ਤੇ ਅਪਲਾਈ ਕਰਨਾ। ਤਾਂ ਜਿਹਨੂੰ ਸੰਸਾਰ ਦੀਆਂ ਗੱਲਾਂ ਚਾਹੀਦੀਆਂ ਹੈਗੀਆਂ ਤਾਂ ਉਹ ਉਸ ਵਚਨ ਨੂੰ ਲੈ ਕੇ ਆਪਣੇ ਉੱਤੇ ਅਪਲਾਈ ਕਰਦਾ, ਉਸ ਵਚਨ ਨੂੰ ਲੈ ਕੇ ਪਰਮੇਸ਼ਰ ਕੋਲੋਂ ਮੰਗਦਾ। ਔਰ ਜਿਹਨੂੰ ਸਮਝ ਲੱਗੀ ਕਿ ਬਸ ਸੰਸਾਰ ਦੇ ਨਹੀਂ ਆ, ਉਹ ਲੂਕਾ ਦੇ ਵਚਨ ਨੂੰ ਲੈ ਕੇ ਪਵਿੱਤਰ ਆਤਮਾ ਮੰਗਦਾ। ਸਮਝ ਦੀ ਫਰਕ ਪੈ ਜਾਂਦੀ ਹੈ। ਇਸ ਲਈ ਮੈਂ ਕਹਿੰਦਾ ਕਿ ਇੱਕ ਖਜ਼ਾਨੇ ਦੀ ਤਰ੍ਹਾਂ ਹੈਗਾ, ਇੱਕ ਭੂਲ ਭੁਲਈਆਂ ਦੀ ਤਰ੍ਹਾਂ ਹੈਗਾ, ਜਿਹਨੂੰ ਜੋ ਰਾਹ ਚੰਗਾ ਲੱਗਦਾ ਉਹ ਅਪਣਾ ਲੈਂਦਾ। ਜਿਹੜਾ ਤਾਂ ਆਇਆ ਹੀ ਮਸੀਹ ਦੇ ਵਿੱਚ ਆਪਣੀਆਂ ਆਸ਼ੀਸ਼ਾਂ ਦੀ ਪ੍ਰਾਪਤੀ ਦੇ ਲਈ ਹੈ, ਉਹਦੇ ਲਈ ਤਾਂ ਫਿਰ ਲੂਕਾ ਦਾ ਵਚਨ ਮੈਨੇ ਨਹੀਂ ਰੱਖਦਾ। ਉਹ ਜਿਹੜਾ ਆਇਆ ਹੀ ਆਪਣੀ ਮੁਕਤੀ ਉਧਾਰ ਦੇ ਲਈ ਹੈ, ਉਹਦੇ ਲਈ ਲੂਕਾ ਦਾ ਵਚਨ ਮੈਨੇ ਰੱਖਦਾ, ਜੋ ਲੂਕਾ ਉਹਨੇ 11:13 ਵਿੱਚ ਕਿਹਾ ਹੋਇਆ। ਉਹ ਫਿਰ ਮਤੀ 7 ਦੇ 11 ਦੇ ਅਨੁਸਾਰ ਨਹੀਂ ਗੱਲ ਕਰਦਾ ਫਿਰ, ਪਰ ਦੋਨੋਂ ਵਚਨ ਬਾਈਬਲ 'ਚ ਲਿਖੇ ਹੋਏ ਨੇ। ਔਰ ਪੂਰਾ ਅਭਿਆਸ, ਪੂਰੀ ਮੈਂ ਕਹੀਏ ਕਿ ਬਾਈਬਲ ਨੂੰ ਚੰਗੀ ਤਰ੍ਹਾਂ ਸਟੱਡੀ ਕਰਨ ਤੋਂ ਬਾਅਦ, ਜਿਵੇਂ ਮਧਾਣੀ ਵਿੱਚ ਰੱਖ ਲਈਏ ਨਾ ਦਹੀਂ, ਤੇ ਫਿਰ ਆਪਾਂ ਰਿੜਕਦੇ ਚੰਗੀ ਤਰ੍ਹਾਂ ਅਤੇ ਮੱਖਣ ਨਿਕਲ ਕੇ ਬਾਹਰ ਆ ਜਾਂਦਾ, ਤਾਂ ਲੱਸੀ ਆਪਾਂ ਫਿਰ ਸੁੱਟ ਦਿੰਦੇ ਹਾਂ, ਦੇ ਦਿੰਦੇ ਹਾਂ, ਜਾਂ ਕੜੀ ਬਣਾ ਲੈਂਦੇ, ਕੁਛ ਵੀ ਕਰ ਲੈਂਦੇ ਹਾਂ। ਪਰ ਲੱਸੀ ਦੀ ਇੰਨੀ ਵੈਲਿਊ ਨਹੀਂ ਹੁੰਦੀ ਉਸ ਵੇਲੇ ਜਿੰਨੀ ਵੈਲਿਊ ਮੱਖਣ ਦੀ ਹੈ। ਤਾਂ ਮੱਖਣ ਤੋਂ ਅੱਗੇ ਫਿਰ ਘੇ ਬਣਦਾ। ਤਾਂ ਜਦੋਂ ਅਸੀਂ ਲਗਾਤਾਰ ਬਾਈਬਲ ਪੜ੍ਹਦੇ ਹਾਂ ਨਾ ਚੰਗੀ ਤਰ੍ਹਾਂ, ਤਾਂ ਬਾਈਬਲ ਦਾ ਮੰਥਨ ਕਰਦੇ ਹਾਂ, ਜਦੋਂ ਰਿੜਕਦੇ ਹਾਂ, ਤਾਂ ਇਹਦੇ ਵਿੱਚੋਂ ਮੱਖਣ ਦੀ ਤਰ੍ਹਾਂ ਕੁਝ ਵਚਨ ਨਿਕਲ ਕੇ ਸਾਹਮਣੇ ਆ ਜਾਂਦਾ। ਉਹ ਖਜ਼ਾਨਾ ਜੋ ਇੱਕ ਮਾਲਾ ਦੀ ਤਰ੍ਹਾਂ ਪਰੋਇਆ ਜਾਂਦਾ, ਇੱਕ ਸੀਰੀਜ਼ ਬਣ ਜਾਂਦੀ ਵਚਨ ਦੀ। ਔਰ ਵਚਨ ਫਿਰ ਅਸੀਂ ਜਦੋਂ ਉਸ ਵਚਨ ਨੂੰ ਆਪਾਂ ਜਦੋਂ ਐਨਾਲਾਈਜ਼ ਕਰਦੇ ਹਾਂ, ਉਹਦਾ ਅਭਿਆਸ ਕਰਦੇ ਹਾਂ, ਸਾਨੂੰ ਸਮਝ ਲੱਗਦੀ ਹੈ ਕਿ ਪਰਮੇਸ਼ਰ ਨੇ ਕਹਿਣ ਦੀ, ਕੀ ਸਮਝਾਉਣ ਦੀ ਸਾਨੂੰ ਚੇਸ਼ਟਾ ਕੀਤੀ ਹੈ, ਕੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰਮੇਸ਼ਰ ਨੇ। ਪਰ ਅਸੀਂ ਮੈਂ ਫਿਰ ਉਹੀ ਗੱਲ ਹੈ ਨਾ, ਸਾਡਾ ਟੌਪਿਕ ਕੀ ਹੈ? ਆਪਣੇ ਵਿਸ਼ਵਾਸ ਨੂੰ ਪਰਖੋ। ਵਿਸ਼ਵਾਸ ਕਿੱਥੇ ਹੈ? ਤੇ ਜਿਹਦਾ ਵਿਸ਼ਵਾਸ ਮਤੀ ਦੇ 7 ਅਧਿਆਏ ਦੀ 11 ਆਇਤ ਅਨੁਸਾਰ ਵੀ ਅਸੀਂ ਚੰਗੀਆਂ ਵਸਤੂਆਂ ਹੀ ਮੰਗਣੀਆਂ, ਉਹਦਾ ਵਿਸ਼ਵਾਸ ਵੀ ਚੰਗੀਆਂ ਵਸਤੂਆਂ ਦੇ ਮੰਗਣ ਉੱਤੇ ਹੀ ਟਿਕਿਆ ਹੋਇਆ ਹੈ। ਔਰ ਸੰਸਾਰ ਦੀਆਂ ਚੰਗੀਆਂ ਵਸਤੂਆਂ ਹੀ ਉਹ ਮੰਗੇਗਾ। ਔਰ ਇਹ ਸੱਚ ਹੈ। ਔਰ ਜਿਹਦਾ ਵਿਸ਼ਵਾਸ ਹੈ ਕਿ ਅਸੀਂ ਸੰਸਾਰ ਦੇ ਨਹੀਂ ਹਾਂ, ਅਸੀਂ ਇਸ ਸੰਸਾਰ ਦੇ ਵਿੱਚ ਰਹਿ ਕੇ ਵੀ ਅਸੀਂ ਸੰਸਾਰ ਦੀਆਂ ਗੱਲਾਂ ਵਿੱਚ ਨਹੀਂ ਫਸਣਾ ਹੈਗਾ, ਅਸੀਂ ਪਰਦੇਸੀ ਹਾਂ, ਅਸੀਂ ਆਪਣੇ ਸਵਦੇਸ਼ ਜਾਣਾ, ਉਹ ਫਿਰ ਸੰਸਾਰ ਦੀ ਗੱਲਾਂ ਲਈ ਨਹੀਂ ਮੰਗਦਾ, ਉਹ ਪਵਿੱਤਰ ਆਤਮਾ ਹੀ ਮੰਗਦਾ। ਕਿਉਂਕਿ ਪਵਿੱਤਰ ਆਤਮਾ ਦੀ ਛਾਪ ਤੋਂ ਬਿਨਾਂ, ਉਹਦੇ ਬਿਆਨੇ ਤੋਂ ਬਿਨਾਂ ਨਹੀਂ ਜਾਣਾ। ਉਹ ਵੀਜ਼ਾ ਹੈ ਸਾਡਾ, ਔਰ ਬਿਨਾਂ ਵੀਜ਼ੇ ਤੋਂ ਕੋਈ ਜਹਾਜ਼ੇ ਬਹਿਣ ਨਹੀਂ ਜਾਣਾ ਕਿਸੇ ਨੇ ਵੀ, ਬੇਸ਼ੱਕ ਜਿੰਨੀ ਮਰਜ਼ੀ ਤਿਆਰੀ ਕੀਤੀ ਹੋਵੇ ਆਪਾਂ। ਤੋ ਇੱਥੇ ਫਿਰ ਇਹ ਗੱਲ ਸਾਬਿਤ ਹੁੰਦੀ ਹੈ, ਇਹ ਗੱਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਪਿਆ ਕਿ ਬਾਈਬਲ ਇੱਕ ਖਜ਼ਾਨੇ ਦੀ ਤਰ੍ਹਾਂ ਬੜੇ ਰਾਹ ਦਿੱਤੇ ਹੋਏ ਉਹਦੇ ਵਿੱਚ, ਔਰ ਹਰ ਇੱਕ ਬੰਦਾ ਆਪਣੇ ਆਪਣੇ ਤਰੀਕੇ ਨਾਲ ਰਾਹ ਚੁਣ ਲੈਂਦਾ ਪਿਆ। ਜਿਵੇਂ ਕਿ ਪੌਲਸ ਦੀ ਗੱਲ ਕਰਦੇ ਹਾਂ। ਪੌਲਸ ਦੀ ਪੱਤਰੀਆਂ ਬਹੁਤ ਸੋਹਣੀਆਂ, ਬੜੀਆਂ, ਮੈਂ ਕਹਿੰਦਾ ਉਹਦੀ ਲਿਖਣ ਦੀ ਸ਼ੈਲੀ ਇੰਨੀ ਵਧੀਆ ਨਾ ਕਿ ਬਹੁਤ ਇੱਕ ਐਜੂਕੇਟਡ ਵਿਅਕਤੀ ਦੀ ਤਰ੍ਹਾਂ ਉਹਨੇ ਪੜ੍ਹੇ ਲਿਖਿਆ ਹੈ, ਜਿਹੜਾ ਡਿਗਰੀ ਹੋਲਡਰ ਬੰਦੇ ਨੇ ਆਪਣੀ ਲਿਖੀਆਂ ਹੋਈਆਂ ਪੱਤਰੀਆਂ ਬਹੁਤ ਸੂਝਵਾਨ ਤਰੀਕੇ ਨਾਲ ਲਿਖੀਆਂ ਹੋਈਆਂ, ਪੜ੍ਹ ਕੇ ਬਹੁਤ ਆਨੰਦ ਆਉਂਦਾ। ਉਹਨੇ ਵਿਸ਼ਵਾਸ 'ਤੇ ਪੂਰਾ ਜ਼ੋਰ ਦਿੱਤਾ ਹੋਇਆ, ਔਰ ਉਹੀ ਕਹਿੰਦਾ ਵਿਸ਼ਵਾਸ ਨੂੰ ਪਰਖ ਵੀ ਲਿਓ। ਹੁਣ ਪੌਲਸ ਦੇ ਵਚਨ ਨੂੰ ਲੈ ਕੇ ਸਾਡੇ 'ਚ ਵਾਦ ਵਿਵਾਦ ਬਹੁਤ ਹੁੰਦਾ। ਸਿੱਧਾ ਹੁਕਮ ਹੈ ਕਿਸੇ ਨੂੰ ਪਿਤਾ ਨਹੀਂ ਕਹਿਣਾ, ਪਰ ਪੌਲਸ ਦੇ ਵਚਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ। ਔਰ ਸੰਸਾਰ ਦੀ ਅਭਿਲਾਸ਼ਾ ਨੂੰ ਪੂਰਾ ਕਰਨ ਵਾਲੇ ਵਿਅਕਤੀ, ਔਰ ਸੰਸਾਰ ਦੀਆਂ ਅਭਿਲਾਸ਼ਾਂ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਆਪਣੇ ਆਪ ਨੂੰ ਪਿਤਾ ਕਹਾਉਂਦੇ ਆ ਅਤੇ ਪਿਤਾ ਕਹਿੰਦੇ ਆ। ਆਤਮਿਕ ਪਿਤਾ, ਆਤਮਾ ਦਾ ਪਿਤਾ। ਆਤਮਾ ਦਾ ਪਿਤਾ ਤਾਂ ਇੱਕੋ ਹੀ ਹੈ, ਦੂਆ ਕਿਵੇਂ ਬਣ ਸਕਦਾ? ਆਤਮਾ ਨੂੰ ਕਿਸ ਨੇ ਪੈਦਾ ਕੀਤਾ? ਇਨਸਾਨ ਨੇ ਨਹੀਂ ਕੀਤਾ ਨਾ, ਫਿਰ ਉਹ ਆਤਮਿਕ ਪਿਤਾ ਕਿੰਦਾ ਹੋ ਗਿਆ? ਜਿਹਨੇ ਆਤਮਾ ਬਣਾਈ ਹੈ ਉਹੀ ਸਾਡਾ ਆਤਮਿਕ ਪਿਤਾ ਨਾ। ਫਿਰ ਇਸ ਲਈ ਪ੍ਰਭੂ ਨੇ ਕਿਹਾ ਕਿਸ ਨੂੰ ਆਪਣਾ ਆਤਮਿਕ ਪਿਤਾ ਜਾਂ ਪਿਤਾ ਨਹੀਂ ਕਹਿਣਾ ਆਪਣਾ। ਇਸ ਲਈ ਪਤਰਸ ਆਪਣੇ ਦੂਜੀ ਪੱਤਰੀ ਦੇ ਵਿੱਚ ਕਹਿੰਦਾ ਹੋਇਆ ਕਿ ਪੌਲਸ ਦੀਆਂ ਗੱਲਾਂ ਨੂੰ, ਜੋ ਉਹਨੂੰ ਗਿਆਨ ਮਿਲਿਆ, ਉਹਨੂੰ ਤੋੜ ਮਰੋੜ ਕੇ ਆਪਣੇ ਤਰੀਕੇ ਨਾਲ ਪੇਸ਼ ਕਰਦੇ ਤੇ ਆਪਣੇ ਹੀ ਨਾਸ਼ ਦਾ ਕਾਰਨ ਬਣਦੇ ਨੇ, ਕਿਉਂਕਿ ਉਹ ਅਨਪੜ੍ਹ ਨੇ ਤੇ ਚੰਚਲ ਨੇ। ਬੇਸ਼ੱਕ ਉਹ ਇਸ ਵੇਲੇ ਸਰੀਰਕ ਤੌਰ ਉੱਤੇ ਪੜ੍ਹੇ ਲਿਖੇ ਹੋਣਗੇ, ਪਰ ਉਹ ਆਤਮਾ 'ਚ ਹੀ ਅਨਪੜ੍ਹ ਨੇ।
ਚੰਚਲ ਨੇ ਔਰ ਇਹ ਸਾਰੇ ਸੰਸਾਰ ਦੀ ਅਭਿਲਾਸ਼ਾਂ 'ਚ ਫਸੇ ਹੋਏ ਨੇ। ਪਰ ਵਿਸ਼ਵਾਸ ਦੀ ਆਪਾਂ ਗੱਲ ਕਰੀਏ ਤਾਂ ਕਿਸੇ ਇੱਕ ਵਚਨ ਨੂੰ ਫੜ ਕੇ ਅਸੀਂ ਆਪਣੇ ਵਿਸ਼ਵਾਸ ਨੂੰ ਦਰਸਾ ਨਹੀਂ ਸਕਦੇ। ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੁੰਦਾ ਕਿ ਲਕੀਰ ਦਾ ਫਕੀਰ ਨਾ ਬਣੋ, ਪਰ ਬਹੁਤੇ ਸਾਡੇ ਭੈਣ ਭਰਾ ਇਸ ਗੱਲ ਉੱਤੇ ਬੁਰਾ ਮਨਾਉਂਦੇ ਨੇ ਕਿ ਲਕੀਰ ਦਾ ਫਕੀਰ ਦਾ ਕੀ ਮਤਲਬ ਹੈ, ਕੀ ਮਤਲਬ ਇਸ ਗੱਲ ਦਾ, ਪਰ ਬੜਾ ਡੂੰਘਾ ਮਤਲਬ ਹੈ ਇਸ ਗੱਲ ਦਾ। ਜਿਵੇਂ ਕਿ ਮਸੀਹ ਵਿੱਚ ਇੱਕ ਮੇਰਾ ਭਰਾ, ਅਸੀਂ ਕਾਫੀ ਸਾਲਾਂ ਤੋਂ ਆਪਾਂ ਆਪਸ ਦੇ ਵਿੱਚ ਗੱਲਬਾਤ ਕਰਦੇ ਹਾਂ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਗੱਲਾਂ ਦਾ ਕਿ ਉਹ ਇਸ ਵਚਨ ਨੂੰ ਹਮੇਸ਼ਾ ਲੈ ਕੇ ਚੱਲਦੇ ਨੇ ਕਿ ਪਵਿੱਤਰ ਆਤਮਾ ਤੋਂ ਬਿਨਾਂ ਕੋਈ ਯਿਸੂ ਮਸੀਹ ਨੂੰ ਆਪਣਾ ਪ੍ਰਭੂ ਨਹੀਂ ਕਹਿ ਸਕਦਾ। ਪਰ ਜੇ ਆਪਾਂ ਡਿਟੇਲ ਦੇ ਵਿੱਚ ਆਪਾਂ ਗੱਲ ਕਰੀਏ ਔਰ ਸਾਡੀ ਜਿੰਨੀਆਂ ਵੀ ਆਪਸ ਗੱਲਾਂ ਬਾਤਾਂ ਹੋਈਆਂ, ਉਹਨਾਂ ਗੱਲਾਂ ਬਾਤਾਂ ਦਾ ਆਪਾਂ ਜੇ ਨਿਚੋੜ ਕੱਢੀਏ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਉਹ ਭਰਾ ਨੇ ਆਪਣੇ ਜੀਵਨ ਵਿੱਚ ਬਾਈਬਲ ਨੂੰ ਬਹੁਤਾ ਨਹੀਂ ਪੜ੍ਹਿਆ ਔਰ ਖੁਦ ਇਸ ਗੱਲ ਦਾ ਉਹ ਸਵੀਕਾਰ ਕਰਦਾ, ਪਰ ਇਸ ਵਚਨ ਦੇ ਉੱਤੇ ਮਜ਼ਬੂਤੀ ਨਾਲ ਖੜਾ ਕਿ ਪਵਿੱਤਰ ਆਤਮਾ ਤੋਂ ਬਿਨਾਂ ਕੋਈ ਯਿਸੂ ਮਸੀਹ ਨੂੰ ਕਬੂਲ ਕਰ ਹੀ ਨਹੀਂ ਸਕਦਾ। ਔਰ ਇਹ ਗੱਲ ਪੌਲਸ ਨੇ ਲਿਖੀ ਹੋਈ ਹੈ। ਹੁਣ ਜੇ ਗੱਲ ਪੌਲਸ ਨੇ ਲਿਖੀ ਹੋਈ, ਝੂਠ ਤਾਂ ਲਿਖਿਆ ਨਹੀਂ ਹੈ, ਪਰ ਅਸੀਂ ਸਮਝਣ ਵਾਲੇ ਇਸ ਗੱਲ ਨੂੰ ਨਾ ਗਲਤ ਸਮਝ ਲੈਂਦੇ ਆ ਕਿ ਯਿਸੂ ਮਸੀਹ ਨੂੰ ਹੀ ਅਸੀਂ ਸਵੀਕਾਰ ਕਰ ਲਿਆ ਤਾਂ ਪਵਿੱਤਰ ਆਤਮਾ ਸਾਡੇ ਅੰਦਰ ਹੈ। ਪਰ ਜੇ ਅਸੀਂ ਬਾਈਬਲ ਨੂੰ ਪੜ੍ਹੀਏ ਚੰਗੀ ਤਰ੍ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਪੌਲਸ ਤੋਂ ਬਾਅਦ ਯਾਕੂਬ ਕਹਿੰਦਾ ਵਿਸ਼ਵਾਸ ਤਾਂ ਫਿਰ ਦੁਸ਼ਟ ਆਤਮਾ ਵੀ ਕਰਦੀਆਂ ਨੇ, ਤਾਂ ਫਿਰ ਕੀ ਜਵਾਬ ਹੈ ਉਹਦਾ? ਫਿਰ ਕੋਈ ਜਵਾਬ ਹੈ ਸਾਡੇ ਕੋਲ ਉਹਦਾ? ਪੌਲਸ ਕਹਿੰਦਾ ਵਿਸ਼ਵਾਸ, ਯਾਕੂਬ ਕਹਿੰਦਾ ਦੁਸ਼ਟ ਆਤਮਾ ਵੀ ਵਿਸ਼ਵਾਸ ਕਰਦੀਆਂ, ਫਿਰ ਕੀ ਫਰਕ ਰਹਿ ਗਿਆ? ਇਸ ਲਈ ਤਾਂ ਕਿਹਾ ਗਿਆ ਵਾ ਕਿ ਬਿਨਾਂ ਗਿਆਨ ਤੋਂ ਮੇਰੀ ਜਿਹੜੀ ਪ੍ਰਜਾ ਦਾ ਨਾਸ਼ ਹੋ ਗਿਆ। ਇਹ ਗੱਲ ਪ੍ਰਭੂ ਨੇ ਲਿਖੀ ਹੋਈ ਹੈ ਵਚਨ ਦੇ ਵਿੱਚ। ਗਿਆਨ ਨਹੀਂ ਹੈ, ਅਸੀਂ ਲਕੀਰ ਦੇ ਫਕੀਰ ਹੋ ਗਏ ਉਹ ਗੱਲ ਨੂੰ ਫੜ ਕੇ ਬੈਠ ਗਏ, ਬਸ ਆਹੀ ਗੱਲ ਸਾਡੇ ਲਈ ਹੈ। ਤੇ ਇਹ ਯਾਕੂਬ ਦੀ ਪੱਤਰੀ ਤੋਂ ਬਾਅਦ ਅਸੀਂ ਗੱਲ ਕਰੀਏ ਅਗਲੀ ਪ੍ਰਕਾਸ਼ਿਤ ਵਾਕਿਆ ਦੀ, ਜੋ ਯੋਹੰਨਾ ਨੇ ਲਿਖਿਆ ਹੋਇਆ, ਤੇ ਬਹੁਤ ਸੋਹਣਾ ਵਚਨ ਲਿਖਿਆ ਹੋਇਆ ਯੋਹੰਨਾ ਨੇ ਪ੍ਰਕਾਸ਼ਿਤ वाक्य अध्याय 2 की 23 आयत विच कि तब सब कलीसियां जान लेगी कि हृदय और मन को परखने वाला, दिलां नूं मनां नूं परखण वाला मैं ही हूँ। यीशु मसीह का एक नाम है, मैं ही हूँ, मैं ही परखण वाला तुहानूं मैं, और मैं तुम में से हर एक को उसके कामों के अनुसार बदला दूंगा। पौलुस ने क्या विश्वास, याकूब कहता विश्वास ना कर्म भी चाहिए, विश्वास ना भूत भी करते हैं। तो यूहन्ना प्रकाशित वाक्य जो एक भविष्यवाणी है साडे लई, यीशु मसीह दे आउण दी भविष्यवाणी है, दुनिया के अंत की भविष्यवाणी है। जो दुनिया नूं चार कोने तो फड़ना, स्वर्गदूत ने फड़ के जो पन्नियां झाड़नी है, उस वेले की होना तो रब ही जाणदा, सानूं भी नहीं पता, असीं सोच भी नहीं सकते। तो यूहन्ना ने की लिखिया फिर अपनी प्रकाशित वाक्य दे विच भविष्यवाणी लिखी हुई है, तुहाडे कर्मां नाल फैसले होने हैं। उत्थे ये नहीं लिखिया तुहाडे विश्वास नाल फैसले होने हैं, तुहाडे कर्म, क्योंकि तुसीं विश्वास किया, विश्वास करने तो बाद तुसीं पवित्र आत्मा पाया, उस तो बाद तुसीं सिद्ध बने, अपने कर्म किए, तो कर्मां दे उत्ते तुहाडे फैसले होने ने। और आप अगली गल करिए तो प्रकाशित वाक्य 3:5 विच बहुत सोहनी गल लिखी हुई है। उत्थे ये नहीं लिखिया होया कि जे तुसीं विश्वास किया तां जे तुहाडे कर्म, उत्थे एक होर सोहनी गल लिखी हुई है, अगे एक स्टैप होर अगे गल लिखी हुई है कि जो जय पाए, जिन्होंने जित प्राप्त की है, उसे इसी प्रकार श्वेत वस्त्र पहनाया जाएगा, चिट्टा लिबास यीशु मसीह वाला पहनाया जाएगा, और उसका नाम जीवन की पुस्तक में से किसी रीति से ना काटूंगा। भी कोई जोड़ तोड़ ला के ना उसका नाम जीवन की पुस्तक विचों असीं कट नहीं सकते, फिर प्रभु आप नहीं कट सकता जिन्हें श्वेत वस्त्र पा लिया, पर उसका नाम अपने पिता और उसके स्वर्गदूतों के सामने मान लूंगा। जिन्हें जित प्राप्त कर ली है उन्होंने चिट्टा लिबास पहनाया जाऊगा, और प्रभु कहता कि मैं पिता के सामने और वो स्वर्गदूतों के सामने मैं उन्होंने अपना लूँगा, जिन्हें जित प्राप्त कर ली है। गल विश्वास तो चली सी, गल जित ते आके खड़ी हो गई।
तो पौलुस की कहता, मैं अपनी दौड़ पूरी कर लई है, जित लई है। इसलिए पौलुस कहता कि मैं तेन हजे होर गल्लां लिखणियां ने, समझाउणियां ने, पर तुहाडे कंन भारी ने। सुणदे घट हो, देखदे घट हो, लकीर ते फकीर बन जाते हैं। मैं तुहानूं एग्जाम्पल देवांगा एक, क्योंकि मसीह दे विच मैं हमेशा एग्जाम्पल दिंदा कि बाइबल च जो लिखिया होया कि पहले असीं दुੱਧ पीण वाले हुंदे ने, फिर असीं अन्न खाण वाले हुंदे ने, उस तो बाद मैं कहंदा कि मैच्योर्ड हो जांदे आपां। बाइबल च बेशक नहीं लिखिया होया, पर मैं जो समझाउण लई कह रहा तुहानूं कि फिर असीं मांस खाण वाले भी हो जांदे ने, क्योंकि जदों असीं दुੱਧ पींदे हैं ना तो साडा जिहड़ा पाचन तंत्र है ना वो रोटी पचाउण दे योग्य नहीं हुंदा, क्योंकि असीं उस वेले दुੱਧ पीण वाले छोटे बच्चे हुंदे हैं। फिर जो ਵੱਡੇ ਹੁੰਦੇ हैं, साडा पाचन तंत्र मजबूत ਹੁੰਦਾ, तो असीं हौली हौली रोटी खाना भी शुरू कर दिंदे हैं, दालां सब्जियां भी खाना शुरू कर दिंदे हैं। जो पाचन तंत्र होर मजबूत हो जाए तो असीं मांस खाना भी शुरू कर दिंदे हैं। फिलहाल मांस खाने की गल कीती नहीं हुई है, पर मैं समझाउण लई कह रहा मैं तुहानूं। जिवें एक छोटा बच्चा, छोटे बच्चे नूं स्कूल दे विच कहीए ना तो सब तो पहलां तो 1 2 1 2 सिखाया जाता 10 तक। जो छोटा बच्चा 10 तक सीखता ना तो उन्होंने ये नहीं पता होंगे कि 10 तो अगे भी कुछ है। जो 10 तक सीख लेंदा तो उन्होंने 10 तो बाद 11 तो लगे 20 तक तो 50 तक सिखाया जाता हौली हौली। वो 20-50 तो बाद होंदा ही नहीं है। जो उन्होंने हौली हौली 50 तो बाद 100 तक सिखाया जाता तो बच्चे को ये भी नहीं पता कि 100 तो बाद भी कुछ होर होंदा। की गल सही है कि सच है कि झूठ है, क्योंकि उन्होंने उन्ना की पता होंदा जिन्ना कि उन्होंने सिखाया होंदा। जो 100 तक सीख लैंदा उन्होंने बाद चों पता लगता भी 100 तो बाद हज़ारां तो हज़ार तो बाद लखां तो बाद करोड़ां ते अरबां ते खरबां तक गल चली जाती है। ये गल्लां नूं हौली हौली पता लगदियां ने। जो उन्होंने 1 सिखाया जाता, 2 सिखाया जाता, 10 सिखाए जाते, उन्होंने अरब खरब नहीं पता होंगे उस वेले। जो गिनती सीख लैंदा तो फिर उन्होंने पहाड़े भी सिखाए जाते हैं, उन्होंने ये पता नहीं होंदा भी पहाड़े भी हैगे। पहाड़े सीखदा तो उन्होंने जमा घटाओ गुणा तकसीम भी सिखाई जाती ने। उस तो बाद तो फिर गल्लां होर ही हो जांदियां ने। पौलुस की सिक्ख्या भी यही है, वो विश्वास तो शुरू करता तो सिद्धता ते जाके खत्म करता। इसलिए वो कहता किते उही गल ना हो, इब्रानी की पत्री 6 दे विच आपां जो गल करते हैं 5-6 दे विच जदों कि किते उही गल ना हो कि मुड़ के वो रीति पानी पवे बपतिस्मियां दियां हत्थ रखण दियां ते जिलाए जाण दी गल्लां मुड़ के तुहानूं सिखाणियां ना पैण। जे तुहानूं एक वारी गिनती सिखा दी हुई है, ABC सिखाती हुई है, जे तुसीं अपने विश्वास विचों भटक गए तो तुहानूं मुड़ के फिर सिखाणी पऊगी। पर पौलुस की इस गल नूं लैके असीं प्रचार की करते पे भी नहीं हुण चिन्ह चमत्कार नहीं हो सकते, हुण नहीं हो सकते, तो जिवें तुहाडा विश्वास फिर उवें ही होवे। प्रभु ने तो बिल्कुल साफ किया होया कि जो तुहाडा विश्वास तुहाडे नाल फिर उही होवे। तो जिवें फिर तुहाडा विश्वास उवें तुहानूं फल मिलना, फिर जिवें नीता उवें मुरादां। जबकि मैं पूर्ण विश्वास करदा, मैं जो बाइबल दे विच मंथन कीता परमेश्वर की आत्मा दे नाल कि सत्य की आत्मा दे नाल, सत्य की आत्मा दे नाल असीं प्रभु नूं ग्रहण करते हैं। बाइबल के वचन पढ़ के अपने जीवन को सुधारते हैं। आपां लिखा होया ना कि पवित्र शास्त्र साडे सुधारन दे लई, सानूं सिक्ख्या दे लई, सानूं धर्मी बनाउण दे लई, उपदेश देण दे लई लिखिया गया तां जो असीं सिद्ध बणीए। पवित्र आत्मा दे नाल असीं प्रभु नूं स्वीकार करते हैं। वो पवित्र आत्मा जो वचन है, वचन की तलवार दे नाल असीं अपने आप को धर्मी बनाने की कोशिश करते हैं। जो असीं धर्मी बनने की कोशिश करते हैं, वो धर्मी बनने की कोशिश में जो सानूं लगता कि असीं धर्मी भी असीं परमेश्वर के वचनों उत्ते चलण की कोशिश कर रहे हैं, चलना शुरू कर दिता, उस तो बाद असीं बपतिस्मा लैंदे हैं, फिर पवित्र आत्मा का दान पाउंदे हैं। पवित्र आत्मा का दान या तुहानूं पहलां भी मिल सकता, या बपतिस्मा तो बाद भी मिल सकता, या उस वेले भी मिल सकता। फिर उस पवित्र आत्मा की सहायता दे नाल, उस पवित्र आत्मा की छाप के नाल, उस बयाने के नाल असीं सिद्धता के वल पहुँचते हैं। और जो एक व्यक्ति पूर्ण तौर पर सिद्ध हो जाता है तो परमेश्वर की सामर्थ का मालक होंदा है। परमेश्वर का आत्मा, जो सामर्थ का आत्मा, जो प्रेम का आत्मा, अनुग्रह का आत्मा, वो तुहाडे अंदर होंदा, वो तुहाडे अंदर रह के काम करदा। फिर जो वो आत्मा तुहाडे अंदर रह के काम करदा तो हर काम फिर संभव होंदे है। तो जड़ा भी कोई आ जाए बीमार फिर खाली नहीं जाता, वो ठीक होके ही जाता, चाहे प्रभु नूं मन्ने चाहे ना मन्ने।
इसलिए याकूब ने की किया सीगा कि कोई बीमार है तो लियाओ, कलीसिया के बजुर्गों को लियाओ सद के, जे विश्वास ना प्रार्थना करेंगे ठीक होएगा, वो पाप भी क्षमा होणगे, क्योंकि परमेश्वर ने अधिकार दिता अपने चुने हुए कि जिहदे पाप रखने रख लो, जिहदे पाप तुसीं बख्शने बख्श दिओ, रखने रख लो। तो सानू विश्वास नूं परखना बहुत जरूरी, साडा विश्वास है कित्थे टिकिया होया। इसलिए बाइबल की सिੱਖਿਆ थोड़ी नहीं बहुत है। जिन्ना पढ़ी जाओगे उन्ना ही नवी नवी गल्लां तुहाडे सामने आउणगीਆਂ, जिन्ना इहनूं बरीकी नाल पढ़दे जाओगे। पर किसी एक बड़े प्यारे व्यक्ति ने मैनूं गल समझाई सीगी कि परमेश्वर की पवित्र आत्मा दे नाल लिखिया होया पवित्र वचन, इनूं पढ़न दे लई भी पवित्र आत्मा का होना बहुत जरूरी है, तां जो कि ये भेत तुसीं समझ सको। वो कहते तुहाडे हत्थां 'च पावर होनी चाहिए बाइबल नूं चक्कण दे लई, उहदे पन्ने पलटण दे लई, परमेश्वर की बुद्ध होनी चाहिए इहनूं समझण दे लई। और जो पवित्र आत्मा आएगा वो भलियां गल्लां सारियां आप ही सिखाएगा, फिर जो लिखियां ने और जो नहीं भी लिखियां गई वो भी। तो असीं अपनी इस गल नूं होर अगे, जदों मैं गल कहंदा कि जिहड़ियां गल्लां बाइबल 'च लिखियां होईयां ते जिहड़ी गल्लां बाइबल 'च नहीं लिखियां होईयां, इहदे ते जो सवाल मेरे सामने आया तो मैं गल मैं कहना चाहांगा कि बाइबल दे विच ये गल आप लिखी हुई है कि जे असीं परमेश्वर की इस महान महिमा नूं लिखीए ना तो धरती उत्ते किताबां ना आउणगीਆਂ, धरती खत्म हो जाएगी। तो असीं उस तरह भी गल करिए कि जो पूरी कायनात का मालक है, पूरी सृष्टि जिहड़ी साडी समझ तो परे है, किन्नी की खोज कर ली अजकल विग्यानिकां ने, किन्ने के ग्रह लभ ले ने, हर नवी अगे तो अगे नवी खोज हो रही है। दुनिया खत्म हो जानी पर खोज खत्म नहीं होनी। तो उस परमेश्वर जो परमेश्वर वचन दे विच कहंदा कि ये धरती मेरे पैरों की चौंकी है, पीढ़ी है पैरों की छोटी जी धरती, तो स्वर्ग मेरा सिंघासन है, तो मेरे लिए किहो जिहा मंदिर बनाओगे तुसीं, कित्थे वास करांगा मैं। और वही परमेश्वर कहंदा मैं तुहाडे अंदर वास करदा, जिहड़ा पूरी कायनात विच नहीं समांदा वो साडे अंदर ही वास करदा। अंदर किवें वास करदा, वो आप आके रहिंदा नहीं, ਉਹਦਾ वचन अंदर रहिंदा साडे, ਉਹਦੀ ਆਗਿਆਵਾਂ ਉਹਦੇ ਸਾਡੇ अंदर ਰਹਿੰਦੀਆਂ ਨੇ, ਉਹਦੀ ਇੱਛਾ ਸਾਡੇ अंदर ਰਹਿੰਦੀ ਨੇ, ਉਹਦੀ ਯੋਜਨਾਵਾਂ ਸਾਡੇ अंदर ਨੇ। तो परमेश्वर दे उस महान प्यार, महान अनुग्रह, वो महान दया ਜਿਹੜੀਆਂ शब्दां नाल असीं बयान नहीं कर सकते, शब्द भी छोड़े ने कि उन्हें सानूं इहा प्रेम किया कि अपना इकलौता पुत्र दे दिता साडे लई। तो उस परमेश्वर दे प्यार का अगर वर्णन करना होवे तो की असीं मनदे इस गल नूं कि परमेश्वर के उस महान प्रेम, महान दया, महान अनुग्रह का वर्णन पूरी बाइबल च हो गया? नहीं। बाइबल तो साडे लई एक सिर्फ छोटा जिहा जरिया है, सानूं सिक्ख्या देण दे लई, सानूं सुधारन दे लई, सानूं उपदेश देण दे लई और सिद्ध होण दे लई। परमेश्वर का प्यार तो अनंत, जिहदा कोई ना आद ना कोई अंत है, कित्थों शुरू होया कित्थों खत्म होना कुछ नहीं पता सानूं, क्यों साडी अकलां ते साडी अखां दे पड़दे पे हुए है, वो पड़दे बिना पवित्र आत्मा तो खुलते नहीं है। जो पवित्र आत्मा तुहाडे उत्ते आ जांदा, पवित्र आत्मा तुसीं भरदे हो तो तुहाडी अकल दे समझ दे पड़दे खुल जांदे ने। बड़ी सोहनी गल लिखी हुई है, बड़ी सोहनी घटना है कि जो स्तिफनुस नूं जो पथराव हो रहा सी, जो वाद विवाद हो रहा सी, तो उन्हें की किया, कहंदा मैं स्वर्ग नूं खुलिया वेख रहा तो पिता के सज्जे हत्थ मैं प्रभु नूं वेख रहा। देखो परमेश्वर ने कहे उहदे अखां दे पड़दे खोल दिते, वेख रहा हो। और जिवें उन्हें गल बोली तो उहदे उत्ते लोकां ने पत्थर मारने शुरू करते तो उहदी मौत हुई उत्थे। कि पड़दे साडे खुल गए, वो साडे अखां दे साडी अकल दे पड़दे खुल गए, वो नहीं खुले, क्योंकि असीं लकीर दे फकीर होए बैठे हैं। जद कि वह पवित्र आत्मा आउंदा ना, तुहाडी अकल समझ दे पड़दे खोल दिंदा, जिहड़ियां गल्लां नहीं भी लिखियां गईयां
ਉਹ ਵੀ ਸਮਝਾ ਦਿੰਦਾ। ਉਹ ਹਰ ਇੱਕ ਗੱਲ ਉਹ ਸਮਝਾ ਦਿੰਦਾ ਜਿੱਥੇ ਤੁਹਾਡਾ ਸੁਧਾਰ ਹੋਵੇ, ਜਿੱਥੇ ਤੁਹਾਡੀ ਸਿੱਖਿਆ ਹੋਵੇ, ਤੁਹਾਡਾ ਆਚਰਣ ਠੀਕ ਹੋ ਜਾਵੇ, ਤੁਹਾਡਾ ਜੀਵਨ ਠੀਕ ਹੋ ਜਾਵੇ, ਤੁਸੀਂ ਸਿੱਧ ਹੋ ਸਕੋ। ਤੇ ਜੇ ਮੈਂ ਆਪਣੀ ਭਾਸ਼ਾ 'ਚ ਗੱਲ ਕਰਾਂ, ਜਦੋਂ ਬੰਦਾ ਇੱਕ ਵਿਅਕਤੀ ਸਿੱਧ ਬਣ ਜਾਂਦਾ ਨਾ, ਉਹ ਸੰਤ ਬਣ ਜਾਂਦਾ, ਫਕੀਰ ਬਣ ਜਾਂਦਾ, ਉਹ ਨਬੀ ਹੋ ਜਾਂਦਾ, ਰਸੂਲ ਹੋ ਜਾਂਦਾ ਹੈ, ਭਗਤ ਹੋ ਜਾਂਦਾ ਹੈ, ਗੁਰੂ ਹੋ ਜਾਂਦਾ ਹੈ। ਕਿਉਂਕਿ ਸਾਡੀ ਜਿਹੜੀ ਧਰਤੀ ਹੈ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਉਹ ਜਦੋਂ ਅਸੀਂ ਮਸੀਹ ਦੇ ਵਿੱਚ ਨਹੀਂ ਵੀ ਸੀਗੇ ਤਦ ਵੀ ਅਸੀਂ ਇਹਨਾਂ ਗੁਰੂਆਂ ਪੀਰਾਂ ਪੈਗੰਬਰਾਂ ਨੂੰ ਮੰਨਦੇ ਆ ਰਹੇ ਸੀਗੇ। ਫਿਰ ਪਰਮੇਸ਼ਰ ਨੇ ਆਪਣਾ ਮਹਾਨ ਅਨੁਗ੍ਰਹਿ ਕੀਤਾ ਕਿ ਆਪਣੇ ਦਰਸ਼ਨ ਦੇ ਨਾਲ ਪਰਮੇਸ਼ਰ ਨੇ ਚੁਣਿਆ ਤੇ ਅਸੀਂ ਇਸ ਸੱਚ ਨੂੰ ਜਾਣਿਆ ਔਰ ਪਛਾਣਿਆ। ਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਸੰਸਾਰ ਦੇ ਵਿੱਚ ਰਹਿ ਕੇ ਸੰਸਾਰਿਕ ਇਛਿਸ਼ਾਂ ਨੂੰ ਪੂਰਾ ਕਰਕੇ, ਸੰਸਾਰਿਕ ਅਭਿਲਾਸ਼ਾ ਨੂੰ ਪੂਰਾ ਕਰਕੇ, ਪਰਮੇਸ਼ਰ ਦੀ ਮਹਿਮਾ ਕਰਕੇ, ਹਾਲੇਲੂਇਆ ਬੋਲ ਕੇ ਆਪਣੇ ਹਿਸਾਬ ਦੇ ਨਾਲ ਕਿ ਅਸੀਂ ਤਾਂ ਜੀ ਹੁਣ ਧਰਮੀ ਹੋ ਗਏ ਹਾਂ ਤੇ ਸਾਡਾ ਨਿਬੜਾ ਹੋ ਜਾਊਗਾ, ਨਹੀਂ ਹੋਣਾ। ਉਹ ਰਾਹ ਲੱਭਣਾ ਹੀ ਪੈਣਾ, ਇਸ ਖਜ਼ਾਨੇ ਦੇ ਵਿੱਚੋਂ ਰਾਹ ਲੱਭਣਾ ਹੀ ਪੈਣਾ, ਇਸ ਭੂਲ ਭੁਲਈਆਂ 'ਚੋਂ ਰਾਹ ਲੱਭਣਾ ਹੀ ਪੈਣਾ। ਕਿਉਂਕਿ ਵਚਨ ਦੋ ਧਾਰੀ ਤਲਵਾਰ ਹੈ। ਜੇ ਦੋ ਧਾਰੀ ਤਲਵਾਰ ਦਾ ਸਹੀ ਮਤਲਬ ਲੱਭ ਲਈਏ ਨਾ ਬਾਈਬਲ ਦੇ ਵਿੱਚੋਂ, ਤੇ ਬਾਈਬਲ ਦੇ ਵਿੱਚ ਇਸ ਤਰ੍ਹਾਂ ਇਸ ਤਰੀਕੇ ਨਾਲ ਵਚਨ ਲਿਖੇ ਹੋਏ ਨੇ, ਇਸ ਤਰੀਕੇ ਨਾਲ, ਇਸ ਵਿਉਂਤ ਦੇ ਨਾਲ, ਇਸ ਯੋਜਨਾਬੱਧ ਤਰੀਕੇ ਨਾਲ ਵਚਨ ਲਿਖੇ ਹੋਏ ਨੇ ਕਿ ਬੰਦਾ ਬਾਈਬਲ ਪੜ੍ਹ ਕੇ ਹੀ ਛਾਂਟਿਆ ਜਾਂਦਾ ਵੀ ਕਿਹੜਾ ਸੰਸਾਰ ਨੂੰ ਜਾਣਾ ਤੇ ਕਿਹੜਾ ਪਰਮੇਸ਼ਰ ਵੱਲ ਨੂੰ ਜਾਣਾ। ਇਹ ਯੋਜਨਾ ਹੀ ਇਸ ਤਰੀਕੇ ਨਾਲ ਬਣਾਈ ਹੋਈ ਹੈ ਕਿ ਬਾਈਬਲ ਦਾ ਖਜ਼ਾਨਾ ਹੀ ਇਸ ਤਰੀਕੇ ਨਾਲ ਬਣਾਇਆ ਹੋਇਆ, ਜਿਹਨੇ ਸਹੀ ਰਾਹ ਫੜ ਲਿਆ ਉਹ ਖਜ਼ਾਨੇ ਤੱਕ ਪਹੁੰਚ ਗਿਆ, ਸਵਰਗ ਦੇ ਖਜ਼ਾਨੇ ਤੱਕ। ਕਿਉਂਕਿ ਮਨ ਨੂੰ ਜਾਂਚਣ ਵਾਲਾ ਜਾਂਚਦਾ ਤੁਹਾਡੀ ਕੀ ਭਾਵਨਾ, ਕਿਸ ਭਾਵਨਾ ਦੇ ਨਾਲ ਤੁਸੀਂ ਆਏ ਹੋ ਮਸੀਹ ਦੇ ਵਿੱਚ। ਜਿਹੜੀ ਤੁਹਾਡੀ ਭਾਵਨਾ ਵਾ ਤੁਹਾਨੂੰ ਉਹੀ ਵਚਨ ਫੜਾਣੇ ਆ, ਮੰਗੋ 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 ਦਿੱਤਾ ਜਾਏਗਾ। ਤੇ ਤੁਸੀਂ ਮੰਗ ਕੇ ਲੈ ਲੈਣਾ, ਤੁਹਾਡਾ ਰਾਹ ਵਿੱਚ ਚਲੇ ਗਿਆ ਸੰਸਾਰ ਵੱਲ ਨੂੰ, ਤੁਹਾਡੀ ਉਹੀ ਮੰਜ਼ਿਲ ਹੈ। ਤੇ ਬਾਈਬਲ 'ਚ ਇਹ ਵੀ ਲਿਖਿਆ ਹੋਇਆ, ਪਿਤਾ ਮੰਗਣ ਤੋਂ ਪਹਿਲਾਂ ਹੀ ਜਾਣਦਾ ਤੁਹਾਨੂੰ ਕੀ ਚਾਹੀਦਾ। ਰੋਟੀ ਦੀ ਫਿਕਰ ਨਾ ਕਰਿਓ ਕੀ ਖਾਓਗੇ, ਕੀ ਪਹਿਨੋਗੇ, ਕਿੱਥੇ ਰਹੋਗੇ, ਕੀ ਕਰੋਗੇ। ਉਹਦਾ ਰਾਹ ਵੀ ਵੱਖਰਾ ਚਲਾ ਜਾਂਦਾ। ਦੋ ਧਾਰੀ ਤਲਵਾਰ ਹੈ ਵਚਨ। ਤੋ ਪਰਮੇਸ਼ਰ ਦੀ ਮਹਾਨ ਦਇਆ ਔਰ ਮਹਾਨ ਅਨੁਗ੍ਰਹਿ ਦੇ ਨਾਲ ਧੰਨਵਾਦ ਕਰਦੇ ਹਾਂ ਅੱਜ ਇਸ ਸੁੰਦਰ ਸਮੇਂ ਦੇ ਲਈ। ਪਰਮੇਸ਼ਰ ਦੀ ਮਹਾਨ ਯੋਜਨਾ ਦੇ ਅਨੁਸਾਰ ਅਸੀਂ